ਹਾਂਜੀ ਰਾਜੇ ਆਪਾਂ ਨੇ ਸਿੰਪਲੈਕਸ ਮੈਥਡ ਸਟਾਰਟ ਕਰਿਆ ਸੀਗਾ ਕੰਬਾਈਨਡ ਫਾਰਮ ਦੇ ਵਿੱਚ ਟੇਬਲ ਸੀ ਬੁੱਕ ਦੇ ਵਿੱਚ ਵੀ ਕੰਬਾਈਨਡ ਫਾਰਮ ਦੇ ਵਿੱਚ ਟੇਬਲ ਸੋਲਵ ਕੀਤੇ ਹੋਏ ਆ ਇੱਧਰ ਹੀ ਲਿਖਣਾ ਕੰਬਾਈਨਡ ਫਾਰਮ ਕਹਿਣ ਦਾ ਮੀਨਿੰਗ ਕੀ ਹੈ ਕਿ ਉਸੇ ਟੇਬਲ ਦੇ ਵਿੱਚ ਯੂਨਿਟੀ ਬਣਾਇਆ ਜਾਂਦਾ ਉਸੇ ਦੇ ਵਿੱਚ ਅਪਰ ਲੋਅਰ ਦੇ ਵਿੱਚ ਯੂਨਿਟੀ ਜ਼ੀਰੋਜ਼ ਬਣਾਏ ਜਾਂਦੇ ਨੇ ਜਿਹੜੀਆਂ ਕਿ ਬਿਗਨਰਸ ਦੇ ਲਈ ਜਿਹੜੇ ਸਟਾਰਟਿੰਗ ਦੇ ਵਿੱਚ ਬਿਗਨਰਸ ਨੇ ਕਿ ਜਿਹੜੇ ਹਲੇ ਇਹਨਾਂ ਆਪਰੇਸ਼ਨ ਨੂੰ ਲਗਾਉਣਾ ਸਿੱਖ ਰਹੇ ਨੇ ਜਾਂ ਸਟਾਰਟ ਕਰ ਰਹੇ ਨੇ ਉਹਨਾਂ ਨੂੰ ਥੋੜ੍ਹੀ ਬਹੁਤੀ ਪ੍ਰੋਬਲਮ ਆਉਂਦੀ ਆ ਕਿ ਕਿਸ ਤਰ੍ਹਾਂ ਨਾਲ ਆਪਾਂ ਸਮ ਸੋਲਵ ਕਰਦੇ ਆ ਸੋ ਉਸ ਪ੍ਰੋਬਲਮ ਨੂੰ ਥੋੜ੍ਹਾ ਜਿਹਾ ਆਪਾਂ ਡਿਫਾਈਨ ਕਰਦੇ ਆ ਇਨ ਫਿਊਚਰ ਤੁਸੀਂ ਕੰਬਾਈਨਡ 'ਚ ਹੀ ਸੋਲਵ ਕਰਿਓ ਕਿਉਂਕਿ ਹੋ ਸਕਦਾ ਟੀਚਰ ਨੇ ਕੰਬਾਈਨਡ ਫਾਰਮ 'ਚ ਹੀ ਸਮਝ ਰੱਖਿਆ ਹੋਵੇ ਹੋ ਸਕਦਾ ਟੀਚਰ ਜਿਹੜਾ ਕੋਈ ਤੁਹਾਡਾ ਪੇਪਰ ਚੈੱਕ ਕਰ ਰਿਹਾ ਹੋ ਸਕਦਾ ਉਹ ਬੁੱਕ ਤੋਂ ਦੇਖ ਕੇ ਪੇਪਰ ਚੈੱਕ ਕਰ ਰਿਹਾ ਹੋਵੇ ਟੂ ਬੀ ਫਰੈਂਕਲੀ ਮੈਂ ਗੱਲ ਕਰਾਂ ਹੋ ਸਕਦਾ ਉਹ ਬੁੱਕ ਤੋਂ ਦੇਖ ਕੇ ਪੇਪਰ ਚੈੱਕ ਕਰ ਰਿਹਾ ਹੋਵੇ ਉਹਨੇ ਕਹਿਣਾ ਆ ਤਾਂ ਵਾਧੂ ਜਿਹਾ ਕੰਮ ਕੀਤਾ ਪਿਆ ਤਾਂ ਐਕਸਟਰਾ ਹੋਰ ਹੀ ਕੁਝ ਕੀਤਾ ਪਿਆ ਮੇਰੇ ਤਾਂ ਸਮਝ ਨਹੀਂ ਆਉਂਦਾ ਉਹਨੇ ਦੇਖ ਕੇ ਕ੍ਰਾਸ ਲਾ ਦੇਣਾ ਇਸ ਲਈ ਜੋ ਸਟੈਂਡਰਡ ਵਰਡਿੰਗ ਹੈ ਉਸ ਦੇ ਅਕੋਰਡਿੰਗ ਕਰਨ ਦੀ ਕੋਸ਼ਿਸ਼ ਕਰੋ ਜਾਂ ਉਹਨੂੰ ਮਜਬੂਰ ਕਰੋ ਕਿ ਇਹ ਮੈਥਡ ਸਿੱਖ ਆਪਣੇ ਹਰ ਇੱਕ ਚੀਜ਼ ਲਿਖ ਕੇ ਡਿਫਾਈਨ ਕਰ ਦਿਓ ਉਹ ਮਜਬੂਰ ਹੋ ਕੇ ਪੜ੍ਹੇਗਾ ਕਿ ਕੀ ਚੀਜ਼ ਡਿਫਾਈਨ ਕੀਤੀ ਗਈ ਹੈ ਅੱਛਾ ਇਹ ਸਟੈਪ ਲਗਾਉਣ ਦਾ ਕਾਰਨ ਕੀ ਹੈ ਬੈਕਗਰਾਊਂਡ ਦੇ ਵਿੱਚ ਠੀਕ ਹੈ ਇਸ ਸਮ ਦੇ ਵਿੱਚ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਸੋ ਸੋਲਵ ਦਸ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ ਬਾਈ ਸਿੰਪਲੈਕਸ ਮੈਥਡ ਈਜੀ ਆ ਪੜ੍ਹੇ ਆ ਸ਼ਬਦ ਲਿਖਿਆ ਦੇਖਿਆ ਤੁਸੀਂ ਇਹਦਾ ਮੀਨਿੰਗ ਕੀ ਹੁੰਦਾ ਐਨੀਵਨ ਹਾਂ ਐਗਜ਼ਾਮਪਲ ਅੱਗੇ ਜੀ ਦਾ ਮਤਲਬ ਵੀ ਕੁਝ ਗੁਰਿੰਦਰ ਗੁਰਪ੍ਰੀਤ ਐਗਜ਼ਾਮਪਲ ਗਿਵਨ ਨਾਟ ਗਿਵਨ ਐਗਜ਼ਾਮਪਲ ਆਪਾਂ ਕੋਈ ਗੱਲ ਕਰ ਰਹੇ ਹਾਂ ਲਓ ਜੀ ਉਹਦੇ ਬਾਰੇ ਐਗਜ਼ਾਮਪਲ ਜਿਵੇਂ ਕਿ ਆਪਾਂ ਸਮਝਾਉਣਾ ਨਾ ਕਿਸੇ ਨੂੰ ਮੰਨ ਲਓ ਫਰਜ਼ ਕਰ ਲਓ ਜੇ ਮੈਂ ਗਿਆ ਇਹ ਹੋਇਆ ਉਹ ਹੋਇਆ ਉਹਦਾ ਮਤਲਬ ਹੁੰਦਾ ਐਗਜ਼ਾਮਪਲ ਗਿਵਨ ਇਹਦੀ ਮੈਂ ਐਗਜ਼ਾਮਪਲ ਦੇ ਰਿਹਾ ਸੋ ਐਗਜ਼ਾਮਪਲ ਗਿਵਨ ਆਪਣੇ ਕੋਲੇ ਕੋਈ ਮੈਕਸਿਮਮ ਦੀ ਪ੍ਰੋਬਲਮ ਆ ਸਬਜੈਕਟ ਟੂ ਕੰਡੀਸ਼ਨ ਨੇ ਤਿੰਨੋਂ ਹੀ ਲੈਸ ਦੈਨ ਇਕੁਅਲ ਟੂ ਦੀ ਫਾਰਮ ਦੇ ਵਿੱਚ ਹੈ ਓਕੇ ਇੱਥੇ ਚਲੋ ਲੈਸ ਦੈਨ ਗ੍ਰੇਟਰ ਦੈਨ ਹੋਵੇ ਆਪਾਂ ਇਹਦੇ ਵੱਲ ਕੋਈ ਧਿਆਨ ਨਹੀਂ ਦੇਣਾ ਜਿਸ ਦਿਨ ਆਪਾਂ ਸਟੈਂਡਰਡ ਫਾਰਮ ਵਾਲਾ ਲੈਕਚਰ ਲਗਾਇਆ ਸੀ ਉਸ ਦਿਨ ਇਹ ਗੱਲ ਕੀਤੀ ਸੀ ਕਿ ਰਾਈਟ ਹੈਂਡ ਸਾਈਡ ਦੇ ਵਿੱਚ ਜਿਹੜਾ ਕਨਸਟੈਂਟ ਵੈਕਟਰ ਆ ਉਹ ਸਾਰੇ ਦਾ ਸਾਰਾ ਪੋਜ਼ਿਟਿਵ ਹੋਣਾ ਚਾਹੀਦਾ ਜੇ ਕੋਈ ਨੈਗੇਟਿਵ ਆ ਤਾਂ ਉਸ ਇਨਇਕੁਐਲਿਟੀ ਨੂੰ ਬੋਥ ਸਾਈਡ ਦੇ ਮਾਈਨਸ ਨਾਲ ਮਲਟੀਪਲਾਈ ਕਰਕੇ ਪੋਜ਼ਿਟਿਵ ਬਣਾ ਲੈਣਾ ਇੱਧਰ ਸਾਈਨ ਚੇਂਜ ਹੋ ਜਾਣਗੇ ਇੱਧਰ ਪੋਜ਼ਿਟਿਵ ਬਣ ਜਾਏਗਾ ਤੇ ਮਿਡਲ ਵਾਲਾ ਸਾਈਨ ਲੈਸ ਦੈਨ ਤੋਂ ਗ੍ਰੇਟਰ ਦੈਨ ਇਕੁਅਲ ਟੂ ਬਣ ਜਾਊਗਾ ਗ੍ਰੇਟਰ ਦੈਨ ਇਕੁਅਲ ਟੂ ਲੈਸ ਦੈਨ ਇਕੁਅਲ ਟੂ ਬਣ ਜਾਊਗਾ ਚੇਂਜ ਹੋ ਜਾਊਗਾ ਸਟੈਂਡਰਡ ਫਾਰਮ ਦੇ ਲੈਕਚਰ ਵਾਲੇ ਦਿਨ ਗੱਲ ਹੋਈ ਹੈ ਓਕੇ ਜੇ ਲੈਸ ਦੈਨ ਇਕੁਅਲ ਦੀਆਂ ਕੰਡੀਸ਼ਨਸ ਨੇ ਸੋ ਪਲੱਸ ਐਸ ਆਈ ਸਲੈਕ ਵੇਰੀਏਬਲ ਹੁੰਦਾ ਜੇ ਗ੍ਰੇਟਰ ਦੈਨ ਇਕੁਅਲ ਦੀ ਕੰਡੀਸ਼ਨ ਹੋਵੇ ਫਿਰ ਸਟੈਂਡਰਡ ਫਾਰਮ ਵੇਲੇ ਮਾਈਨਸ ਐਸ ਆਈ ਹੁੰਦਾ ਸਰਪਲਸ ਵੇਰੀਏਬਲ ਠੀਕ ਹੈ ਸੋ ਲਓ ਜੀ ਇਹਦੇ ਵਿੱਚ ਤਿੰਨੇ ਇਕੁਏਸ਼ਨ ਨੇਗੀਆਂ ਇਹਨਾਂ ਨੂੰ ਇਸੇ ਤਰੀਕੇ ਨਾਲ ਰਾਈਟ ਆਊਟ ਕਰ ਲਿਆ ਆਬਜੈਕਟਿਵ ਫੰਕਸ਼ਨ ਮੈਕਸਿਮਮ z ਗਿਵਨ ਦਿੱਤਾ ਹੋਇਆ ਸਬਜੈਕਟ ਟੂ ਕੰਸਟ੍ਰੇਂਟਸ ਨੇ ਆਪਣੇ ਕੋਲੇ ਪਹਿਲੀ ਇਕੁਏਸ਼ਨ ਲੈਸ ਦੈਨ ਇਕੁਅਲ ਟੂ ਦਿਸ ਸੀ ਪਲੱਸ s1 ਇਕੁਅਲ ਟੂ ਦਿਸ ਪਲੱਸ s2 ਇਕੁਅਲ ਟੂ ਦਿਸ ਪਲੱਸ s3 ਇਕੁਅਲ ਟੂ ਦਿਸ ਇਸ ਸਰਪਲਸ ਸਲੈਕ ਵੇਰੀਏਬਲ ਆ ਗਏ ਨਾਲ ਦੀ ਨਾਲ ਤੁਸੀਂ ਦੱਸ ਦੇਣਾ ਵੇਅਰ x1 x2 x3 ਨੇ ਜਿਹੜੇ ਇਹ ਬੇਸਿਕ ਵੇਰੀਏਬਲਸ ਨੇਗੇ ਤੇ ਜਿਹੜੇ s1 s2 s3 ਨੇਗੇ ਇਹ ਸਲੈਕ ਵੇਰੀਏਬਲ ਆ ਗਏ ਉਸ ਤੋਂ ਬਾਅਦ ਨੈਕਸਟ ਸਟੈਪ ਹੈ ਨਾਓ ਵੀ ਕਨਵਰਟ ਦਾ ਆਬਜੈਕਟਿਵ ਫੰਕਸ਼ਨ ਮੈਕਸਿਮਮ ਇਨਟੂ ਮਿਨੀਮਮ ਫਾਰਮ ਆਬਜੈਕਟਿਵ ਫੰਕਸ਼ਨ ਦੇ ਸਾਈਨਸ ਨੂੰ ਚੇਂਜ ਕਰਕੇ ਉਹਨੂੰ ਮਾਈਨਸ ਨਾਲ ਮਲਟੀਪਲਾਈ ਕਰਕੇ ਆਪਾਂ ਨੇ ਮਿਨੀਮਮ ਦੀ ਫਾਰਮ ਦੇ ਵਿੱਚ ਬਣਾ ਲਿਆ ਉਸ ਤੋਂ ਬਾਅਦ ਹੁਣ ਆਪਾਂ ਰਾਈਟ ਕਰਦੇ ਹਾਂ ਸਟੈਂਡਰਡ ਫਾਰਮ ਨੂੰ ਟੇਬਲ ਦੇ ਫਾਰਮੈਟ ਦੇ ਵਿੱਚ ਜਿਹਦੇ ਵਿੱਚ ਆਪਾਂ ਪਹਿਲੀ ਰੋ ਟਾਈਟਲ ਰੋ ਲਿਖਦੇ ਹਾਂ ਜਿਹਦੇ ਵਿੱਚ ਜਸਟ ਵੇਰੀਏਬਲਸ ਬਾਰੇ ਡਿਸਕਸ ਕੀਤਾ ਗਿਆ ਕਿ ਬੇਸਿਕ ਵੇਰੀਏਬਲ ਕਿਹੜੇ ਹੋ ਗਏ x1 x2 x3 ਕੋਈ x4 x5 ਤੁਹਾਡੀ ਸਟੇਟਮੈਂਟ ਦੇ ਵਿੱਚ ਨਹੀਂ ਕੋਈ ਇਸ਼ੂ ਉਸ ਤੋਂ ਬਾਅਦ ਸਲੈਕ ਜਾਂ ਸਰਪਲਸ ਵੇਰੀਏਬਲਸ s1 s2 s3 s4 ਜਿੰਨੇ ਵੀ ਨੇ 1 ਹੈ 2 ਹੈ ਓਕੇ ਲਾਸਟ ਦੇ ਸੋਲੂਸ਼ਨ ਇੱਧਰ z ਦਾ ਮੀਨਿੰਗ ਇਹ ਰੋ ਕਿਹੜੀ ਆ ਆਬਜੈਕਟਿਵ ਰੋ ਹੈ ਇਹ ਆਬਜੈਕਟਿਵ ਫੰਕਸ਼ਨ ਵਾਲੀ ਰੋ ਹੈ ਆਬਜੈਕਟਿਵ ਫੰਕਸ਼ਨ ਕੀ ਹੈ 1 -3 ਅਤੇ 2 ਸੋ x1 1 ਹੈ -3 ਹੈ x3 2 ਹੈ s1 ਵੀ 0 s2 ਵੀ 0 s3 ਵੀ 0 ਇਹਦਾ ਸੋਲੂਸ਼ਨ ਤਾਂ ਹਲੇ ਆਪਣੇ ਕੋਲ ਹੈ ਹੀ ਨਹੀਂ ਇਨੀਸ਼ੀਅਲ ਸੋਲੂਸ਼ਨ ਆਪਾਂ ਨੇ ਕੀ ਰੱਖ ਲਿਆ 0 ਉਸ ਤੋਂ ਬਾਅਦ ਇੱਧਰ ਆਪਾਂ ਸਿਲੈਕਟ ਸਰਪਲਸ ਵੇਰੀਏਬਲ ਦੀ ਗੱਲ ਲਿਖਾਂਗੇ s1 s2 s3 ਕਿੰਨੀਆਂ ਰੋਜ਼ ਆਉਣਗੀਆਂ ਜਿੰਨੀਆਂ ਸਬਜੈਕਟ ਟੂ ਕੰਸਟ੍ਰੇਂਟਸ ਨੇ ਉਨੀਆਂ ਰੋ 1 ਹੈ ਤਾਂ 2 1 5 ਨੇ ਤਾਂ 5 ਜਿੰਨੀਆਂ ਵੀ ਨੇ ਉਸ ਤੋਂ ਬਾਅਦ ਆਹ ਸਾਰਾ ਮੈਟਰ ਹੁੰਦਾ ਕੋਫੀਸ਼ੀਐਂਟ ਮੈਟ੍ਰਿਕਸ ਸੋ ਦੇਖੋ ਤਾਂ x1 ਦਾ ਕੋਫੀਸ਼ੀਐਂਟ ਕੀ ਸੀ 3 -2 -4 ਸੋ ਪਹਿਲੀ ਰੋ ਕੀ ਆ ਗਈ 3 -2 -4 ਦੂਸਰੀ ਰੋ ਚੈੱਕ ਕਰ ਲਓ ਦੂਸਰੀ ਰੋ ਸੀਗੀ ਆਪਣੇ ਕੋਲੇ -1 4 ਅਤੇ 3 ਸੋ ਸੈਕੰਡ ਰੋ ਕੀ ਆ ਗਈ x2 ਦੀ -1 4 ਅਤੇ 3 ਥਰਡ ਰੋ ਸੀਗੀ x3 ਦੇ ਕੋਫੀਸ਼ੀਐਂਟਸ x3 ਦੀ ਕੀ ਹੈ 2 ਇੱਥੇ ਹੈ ਨਹੀਂ 0 ਅਤੇ 8 2 0 8 ਸੋ x3 ਦੇ ਕੀ ਆ ਕਿ 2 0 8 s1 ਇਕੱਲਾ ਪਹਿਲੀ ਇਨਇਕੁਐਲਿਟੀ ਚ ਸੀ ਸੋ 1 0 0 s2 ਸੈਕੰਡ ਚ ਸੀ 0 1 0 s3 ਥਰਡ ਦੇ ਵਿੱਚ ਸੀ 0 0 1 ਰਾਈਟ ਸਾਈਡ ਦੇ ਕਨਸਟੈਂਟ ਵੈਕਟਰ ਕੀ ਦਿੱਤਾ ਹੋਇਆ ਸੀਗਾ
7 12 ਅਤੇ 10 ਇੱਥੇ 10 ਹੈ 7 12 ਅਤੇ 10 ਸੋ ਜਿਹੜਾ ਸੋਲੂਸ਼ਨ ਦੇ ਵਿੱਚ ਆਪਾਂ ਰਾਈਟ ਹੈਂਡ ਸਾਈਡ ਦੇ ਕਨਸਟੈਂਟ ਵੈਕਟਰ ਲਿਖਦੇ ਹਾਂ 7 12 10 ਇਹ ਤਾਂ ਟੇਬਲ ਫਾਰਮੈਟ ਦੇ ਵਿੱਚ ਆਪਾਂ ਨੇ ਰਾਈਟ ਆਊਟ ਕਰ ਲਿਆ ਉਸ ਤੋਂ ਬਾਅਦ ਆਪਾਂ ਨੇ ਮਿਨੀਮਮ ਐਂਟਰੀ ਲੈਣੀ ਆ ਸੋਲੂਸ਼ਨ ਦੀ ਐਂਟਰੀਜ਼ ਲਿਖੋ ਨਿਊਮਰੇਟਰ 'ਚ 7 12 10 ਡਿਨੋਮੀਨੇਟਰ 'ਚ ਲਿਖੋ ਔਰ ਸੌਰੀ ਇਹ ਮੈਂ ਦੱਸਣਾ ਰਹਿ ਗਿਆ ਕਿ ਜਿਹੜੇ ਆਬਜੈਕਟਿਵ ਫੰਕਸ਼ਨ ਸੀ ਸਭ ਤੋਂ ਪਹਿਲਾਂ ਤਾਂ ਐਂਟਰ ਕਿਹੜਾ ਵੇਰੀਏਬਲ ਹੋਏਗਾ ਮੈਕਸਿਮਮ ਦੀ ਪ੍ਰੋਬਲਮ ਆ ਇਹ ਇਹਦੇ ਵਿੱਚੋਂ ਮੋਸਟ ਨੈਗੇਟਿਵ ਹੋਏਗਾ ਇਧਰੋਂ ਮੋਸਟ ਨੈਗੇਟਿਵ ਹੋਣਾ -3 ਤਾਂ ਇਹ ਐਂਟਰ ਹੋਏਗਾ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਨਿਊਮਰੇਟਰ 'ਚ ਲਿਖਾਂਗੇ ਸੋਲੂਸ਼ਨ ਦੀ ਐਂਟਰੀ 7 12 ਅਤੇ 10 ਡਿਨੋਮੀਨੇਟਰ ਦੇ ਵਿੱਚ ਰਾਈਟ ਆਊਟ ਕਰਾਂਗੇ ਆਪਾਂ ਸਿਲੈਕਟ ਕੀਤੇ ਹੋਏ ਵੇਰੀਏਬਲ ਦੀਆਂ ਕੋਫੀਸ਼ੀਐਂਟ ਕਾਲਮ ਕੋਰਸਪੋਂਡਿੰਗ ਕੋਫੀਸ਼ੀਐਂਟ ਕਾਲਮ x2 ਸਿਲੈਕਟ ਹੋਇਆ ਤਾਂ x2 ਦੀ ਕੋਰਸਪੋਂਡਿੰਗ ਕੋਫੀਸ਼ੀਐਂਟ ਕਾਲਮ ਕਿਹੜੀ ਹੈ 1 -4 ਅਤੇ 3 ਸੋ ਡਿਨੋਮੀਨੇਟਰ 'ਚ ਆ ਗਿਆ ਕੋਰਸਪੋਂਡਿੰਗ 7 ਦੇ ਨੀਚੇ -1 12 ਦੇ ਨੀਚੇ 4 10 ਦੇ ਨੀਚੇ 3 ਇੱਥੇ ਹਮੇਸ਼ਾ ਮਿਨੀਮਮ ਟੇਕ ਕਰਨਾ ਆਈਦਰ ਸਟੇਟਮੈਂਟ ਆਫ ਮੈਕਸਿਮਾਈਜੇਸ਼ਨ ਔਰ ਸਟੇਟਮੈਂਟ ਆਫ ਮਿਨੀਮਾਈਜੇਸ਼ਨ ਭਾਵੇਂ ਮੈਕਸਿਮਮ ਦੀ ਆ ਭਾਵੇਂ ਮਿਨੀਮਮ ਦੀ ਆ ਤੁਸੀਂ ਹਮੇਸ਼ਾ ਇੱਥੇ ਮਿਨੀਮਮ ਲੈਣਾ ਐਂਟਰ ਕਰਨ ਵੇਲੇ ਤੁਹਾਡੀ ਪ੍ਰੋਬਲਮ ਦੇ ਅਕੋਰਡਿੰਗ ਦੇਖਣਾ ਮੈਕਸਿਮਮ ਵੇਲੇ ਮੋਸਟ ਨੈਗੇਟਿਵ ਮਿਨੀਮਮ ਵੇਲੇ ਮੋਸਟ ਪੋਜ਼ਿਟਿਵ ਠੀਕ ਹੈ ਸੋ ਹੁਣ ਇਹਨਾਂ ਦੇ ਵਿੱਚੋਂ ਜਦੋਂ ਆਪਾਂ ਸੋਲੂਸ਼ਨ ਦੇ ਕੋਰਸਪੋਂਡਿੰਗ ਸੋਲੂਸ਼ਨ ਦੇ ਨੀਚੇ ਸਿਲੈਕਟ ਕੀਤੇ ਹੋਏ ਵੇਰੀਏਬਲ ਦੀ ਕੋਰਸਪੋਂਡਿੰਗ ਕੋਫੀਸ਼ੀਐਂਟ ਕਾਲਮ ਆਉਂਦੀ ਆ ਤਾਂ ਇਹਨਾਂ ਦੇ ਵਿੱਚੋਂ ਜਿੱਥੇ ਜਿੱਥੇ ਨੈਗੇਟਿਵ ਆ ਰਿਹਾ ਜਾਂ 0 ਬਣ ਰਿਹਾ ਡਿਨੋਮੀਨੇਟਰ 'ਚ ਮੀਨਿੰਗ ਇਨਫਿਨਿਟੀ ਬਣ ਰਿਹਾ ਉਹ ਡਿਲੀਟ ਕਰ ਦੇਣੇ ਆ ਬਾਕੀ ਬਚਦੀਆਂ ਆਪਸ਼ਨਸ ਦੇ ਵਿੱਚੋਂ ਮਿਨੀਮਮ ਐਂਟਰੀ ਦਿਓ ਇਹ ਬਚ ਰਿਹਾ 3 ਇਹ ਬਚ ਰਿਹਾ 3.33 ਸੋ ਮਿਨੀਮਮ ਆ ਗਿਆ 3 ਇਹਨੇ ਦਿੱਤਾ 12/4 ਨੇ ਤਾਂ ਇਹਦਾ ਮਤਲਬ 4 ਸਿਲੈਕਟ ਹੋ ਗਿਆ ਸੋ 4 ਨੂੰ ਆਪਾਂ ਸਰਾਊਂਡਡ ਕਰ ਲੈਂਦੇ ਆ ਸਰਕਲ ਲਗਾ ਕੇ ਤਾਂ ਇਸ ਸਰਾਊਂਡਡ ਦੇ ਕੋਰਸਪੋਂਡਿੰਗ ਜਿਹੜਾ ਵੀ ਆ ਉਹ ਐਗਜ਼ਿਟ ਆਊਗਾ ਹੁਣ x2 ਨੇ ਆ ਕੇ ਪਲੇਸ ਲੈ ਲੈਣੀ ਆ ਐਗਜ਼ਿਟ ਕਰਨ ਵਾਲੇ ਦੀ ਨੈਕਸਟ ਟੇਬਲ ਦੇ ਵਿੱਚ ਆਪਾਂ ਕੀ ਲਿਖਾਂਗੇ ਐਸੇ ਤਰੀਕੇ ਨਾਲ ਲਿਖਾਂਗੇ x2 ਆ ਕੇ ਐਗਜ਼ਿਟ ਕਰਨ ਵਾਲੇ ਦੀ ਪਲੇਸ ਲੈ ਗਿਆ ਓਕੇ ਪਰ ਇਹ ਤੋਂ ਪਹਿਲਾਂ ਜਿਹੜੀ ਸਿਲੈਕਟ ਕੀਤੀ ਹੋਈ ਕੁਆਂਟੀਟੀ ਆ ਹੁਣ ਆਪਾਂ ਨੇ ਇਹਨੂੰ ਯੂਨਿਟੀ ਬਣਾਉਣਾ ਨਾਓ ਮੇਕ ਸਰਾਊਂਡਡ ਐਂਟਰੀ ਫਰੋਮ R3 ਕਿਉਂਕਿ ਤੀਜੀ ਰੋ ਆ ਪਹਿਲੀ ਰੋ ਟਾਈਟਲ ਰੋ ਹੋ ਗਈ ਆਬਜੈਕਟਿਵ ਰੋ ਹੋ ਗਈ ਸੌਰੀ ਸੈਕੰਡ ਰੋ ਥਰਡ ਰੋ ਫੋਰਥ ਰੋ 4 ਰੋ ਚੱਲ ਰਹੀਆਂ ਨੇ ਇਸ ਸਮ ਦੇ ਵਿੱਚ ਤਾਂ ਹੁਣ ਥਰਡ ਰੋ ਦੇ ਵਿੱਚ ਕਿੰਨਾ ਪਿਆ ਸਰਾਊਂਡਡ ਕੁਆਂਟੀਟੀ 4 ਹੈ ਇਹਦੀ ਜਗ੍ਹਾ ਤੇ 1 ਹਮੇਸ਼ਾ ਇਹਦੇ ਰੈਸੀਪ੍ਰੋਕਲ ਮਲਟੀਪਲਾਈ ਕਰਕੇ ਆਊਗਾ ਸੋ ਆਪਰੇਸ਼ਨ ਕੀ ਲਿਖਾਂਗੇ R3 R3 1/4 ਸੋ ਨੈਕਸਟ ਟੇਬਲ ਦੇ ਵਿੱਚ ਤੁਸੀਂ ਇੱਥੇ ਯੂਨਿਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਬਾਕੀ ਜੋ ਮਰਜ਼ੀ ਕਲੀਅਰ ਹੋ ਰਿਹਾ ਡੂ ਦਾ ਸੂਟੇਬਲ ਆਪਰੇਸ਼ਨ ਇਹਦੀ ਜਗ੍ਹਾ ਤੇ ਆ ਜਾਏਗਾ -2/4 -1/2 4 ਦੀ ਜਗ੍ਹਾ ਤੇ ਆ ਜਾਏਗਾ 1 0 ਦੀ ਜਗ੍ਹਾ ਤੇ 0 ਹੀ ਆ 0 ਦੀ ਜਗ੍ਹਾ ਤੇ 0 ਹੀ ਆ ਇਸ 1 ਦੀ ਜਗ੍ਹਾ ਤੇ 1/4 0 ਦੀ ਜਗ੍ਹਾ ਤੇ 0 12 ਦੀ ਪਲੇਸ ਤੇ ਕੀ ਆਏਗਾ 12/4 3 ਬਾਕੀ ਰੋਜ਼ ਸੇਮ ਨੇ ਮੇਰੀ no need to change any other row ਜਿਹੜੀ ਵੀ ਰੋ ਸੀ 1 -3 2 0 0 0 1 -3 2 0 0 0 ਫਸਟ ਸੈਕੰਡ ਰੋ ਸੀ 3 -1 2 1 3 -1 2 1 ਸੇਮ ਲਾਸਟ ਰੋ ਸੀ -4 3 8 0 -4 3 8 0 ਸਭ ਸੇਮ ਉਹੀ ਸੋਲੂਸ਼ਨ ਆ 7 12 10 7 3 10 ਬਣਿਆ ਸਿਰਫ ਇਹਦੀ ਜਗ੍ਹਾ ਤੇ ਆਪਾਂ ਨੇ 4 ਨਾਲ ਡਿਵਾਈਡ ਕੀਤਾ ਉਸ ਤੋਂ ਬਾਅਦ ਜਿੱਥੇ ਵੀ ਆਪਾਂ ਨੇ ਯੂਨਿਟੀ ਬਣਾਇਆ ਹੈ ਉਹਦੇ ਅਬਵ ਅਤੇ ਬਿਲੋ ਨਾਓ ਵੀ ਹੈਵ ਟੂ ਮੇਕ ਆਲ ਅਬਵ ਐਂਡ ਬਿਲੋ ਐਂਟਰੀਜ਼ 0 ਫਰੋਮ ਦਿਸ ਯੂਨਿਟ ਐਂਟਰੀ ਇਸ ਯੂਨਿਟ ਐਂਟਰੀ ਦੀ ਗੱਲ ਹੋ ਰਹੀ ਹੈ ਬਾਈ ਟੇਕਿੰਗ ਇਹ ਥਰਡ ਰੋ ਦੇ ਵਿੱਚ ਹੈ ਬਾਈ ਟੇਕਿੰਗ ਥਰਡ ਰੋ ਐਜ਼ ਪਾਈਵਟ ਰੋ ਜਾਂ ਕੀ ਰੋ ਹੁਣ ਤੁਸੀਂ ਅਦਰ ਰੋਜ਼ ਤੇ ਆਪਰੇਸ਼ਨ ਲਾਉਣਾ ਪਾਈਵਟ ਰੋ ਜਾਂ ਕੀ ਰੋ ਤੇ ਨਹੀਂ ਆਪਰੇਸ਼ਨ ਲੱਗਦਾ ਹੁੰਦਾ ਅਦਰ ਰੋਜ਼ ਤੇ ਲੱਗੇਗਾ ਹੈਲਪ ਲਵਾਂਗੇ ਆਪਾਂ ਚਾਬੀ ਵਾਲੀ ਰੋ ਦੀ ਕੀ ਰੋ ਦੀ ਸੋ ਇਸ ਨੂੰ ਪਾਈਵਟ ਰੋ ਕਹਿੰਦੇ ਆ ਜੇ ਇਹਨਾਂ ਥਾਵਾਂ ਤੇ ਕਿਸੇ ਇੱਕ ਜਗ੍ਹਾ ਤੇ 0 ਤਾਂ ਉਸ ਰੋ ਤੇ ਆਪਰੇਸ਼ਨ ਲਗਾਉਣ ਦੀ ਲੋੜ ਹੀ ਨਹੀਂ ਆਪਣਾ ਆਲਰੇਡੀ ਆਪਰੇਸ਼ਨ ਲੱਗਿਆ ਹੋਇਆ ਤਾਂ ਹੁਣ ਆਪਾਂ ਇਹਨੂੰ ਲਵਾਂਗੇ ਪਾਈਵਟ ਰੋ ਆਪਰੇਸ਼ਨ ਕੀ ਹੋਣਗੇ ਤੁਸੀਂ ਇੱਥੇ ਵੀ 0 ਬਣਾਉਣਾ ਤਾਂ ਇਹ ਕੀ ਆਊਗਾ R1 = R1 ਇੱਥੇ -3 ਆ ਤਾਂ ਆਪਾਂ ਨੂੰ ਪਲੱਸ ਦਾ 3 ਚਾਹੀਦਾ ਉਹ ਦੇਗਾ ਕੌਣ ਜਿੱਥੇ ਆਪਾਂ ਨੇ ਯੂਨਿਟ ਐਂਟਰੀ ਬਣਾਈ ਹੈ ਇਹ ਵਾਲਾ ਸੋ -+3 ਟਾਈਮਸ R3 ਇੱਥੇ ਮਾਈਨਸ ਦਾ 1 ਪਿਆ ਆਪਾਂ ਨੂੰ ਪਲੱਸ ਦਾ 1 ਚਾਹੀਦਾ ਉਹ ਆਲਰੇਡੀ ਬਣਿਆ ਸੋ R2 = R2 + R3 ਉਸ ਤੋਂ ਬਾਅਦ ਇੱਥੇ 3 ਪਿਆ ਆਪਾਂ ਨੂੰ ਮਾਈਨਸ ਦਾ 3 ਚਾਹੀਦਾ ਤਾਂ 3 - 3 ਹੋ ਕੇ 0 ਬਣੂ ਉਹ -3 ਇਹ ਦੇਗਾ
ਸੋ ਇਹਦਾ ਮਤਲਬ R4 ਇਕੁਅਲਸ ਟੂ R4 ਮਾਈਨਸ 3 ਟਾਈਮਸ R3। ਬਸ ਇਹ ਤਿੰਨ ਆਪਰੇਸ਼ਨ ਲਗਾ ਕੇ ਇਹਨੂੰ ਟਰਾਂਸਫਾਰਮ ਕਰਾਂਗੇ ਨਵੀਂ ਮੈਟ੍ਰਿਕਸ ਫਾਰਮ ਦੇ ਵਿੱਚ, ਨਵੇਂ ਟੇਬਲ ਦੇ ਵਿੱਚ। ਤੁਸੀਂ ਇੱਥੇ 0 ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਕੋਈ ਆਪਰੇਸ਼ਨ ਸੋਚ ਲਿਆ, ਉਹ ਪੂਰੀ ਰੋ ਤੇ ਲੱਗੇਗਾ। ਕਹਿਣ ਦਾ ਮੀਨਿੰਗ ਕੀ ਆ, ਇਹਨੂੰ 3 ਨਾਲ ਮਲਟੀਪਲਾਈ ਕਰਕੇ ਇਹਦੇ ਵਿੱਚੋਂ ਮਾਈਨਸ ਕਰੋ, ਇਹਨੂੰ 3 ਨਾਲ ਮਲਟੀਪਲਾਈ ਕਰਕੇ ਇਹਦੇ ਵਿੱਚੋਂ ਮਾਈਨਸ ਕਰੋ, ਇਹਨੂੰ 3 ਨਾਲ ਮਲਟੀਪਲਾਈ ਕਰਕੇ ਇੱਥੋਂ ਮਾਈਨਸ ਕਰਾਂਗੇ, ਇਹਨੂੰ 3 ਨਾਲ ਮਲਟੀਪਲਾਈ ਕਰਕੇ ਇੱਥੋਂ ਮਾਈਨਸ ਕਰਾਂਗੇ, ਕੀ ਆ ਜਾਏਗਾ 3 ਨਾਲ ਮਲਟੀਪਲਾਈ ਕਰਾਂਗੇ 3/4, 0 ਚੋਂ ਮਾਈਨਸ ਕਰਾਂਗੇ ਤਾਂ ਮਾਈਨਸ 3/4। ਤੁਸੀਂ ਆਪਰੇਸ਼ਨ ਇੱਥੇ ਸੋਚ ਰਹੇ ਹੋ ਉਹ ਸਾਰੇ ਤੇ ਐਪਲੀਕੇਬਲ ਹੋਏਗਾ ਔਰ ਇਸੇ ਤਰੀਕੇ ਨਾਲ ਕੋਰਸਪੋਂਡਿੰਗ ਜੋ ਇਹਦੇ ਨਾਲ ਰਿਲੇਸ਼ਨ ਆ ਉਹੀ ਇੱਥੇ ਅਪਲਾਈ ਕਰੋ, ਇੱਥੇ ਅਪਲਾਈ ਕਰੋ, ਇੱਥੇ ਅਪਲਾਈ ਕਰੋ, ਇੱਥੇ ਅਪਲਾਈ ਕਰੋ। 7 3 ਇੱਥੇ ਕੀ ਆ ਜਾਏਗਾ 10। ਸੋ ਆਪਰੇਸ਼ਨ ਡਿਸਕ੍ਰਾਈਬ ਕਰਤੇ ਆਪਾਂ ਨੇ ਜਿਹੜੇ ਲਗਾਏ ਨੇ। ਸੋ ਨੈਕਸਟ ਟਰਾਂਸਫਾਰਮਡ ਟੇਬਲ ਆ ਗਿਆ ਆਪਣੇ ਕੋਲ, ਇਕੁਇਵਲੈਂਟ ਟੇਬਲ ਪਹਿਲਾਂ ਤੋਂ ਡਰਾ ਕਰ ਲਿਆ ਆਪਾਂ ਨੇ, ਟਰਾਂਸਫਾਰਮ ਕਰਤਾ, ਕੁਝ ਆਪਰੇਸ਼ਨਸ ਲਗਾਤੇ। ਹੁਣ ਦੁਬਾਰਾ ਤੋਂ ਉਹੀ ਸੈਕੰਡ ਇਟਰੇਸ਼ਨ ਸਟਾਰਟ ਹੋ ਜਾਏਗੀ, ਉਹੀ ਪ੍ਰੋਸੈਸ ਦੁਬਾਰਾ ਰਿਪੀਟ ਕਰਦੇ ਆ। ਆਬਜੈਕਟਿਵ ਫੰਕਸ਼ਨ ਦੇ ਵਿੱਚੋਂ ਮੋਸਟ ਨੈਗੇਟਿਵ ਦੱਸੋ ਕਿਹੜਾ, ਇੱਕੋ ਇੱਕ ਪਿਆ, ਇਹ ਐਂਟਰ ਹੋਏਗਾ ਤਾਂ ਸੋਲੂਸ਼ਨ ਕਿੰਨਾ ਹੋਣਾ, ਨਵਾਂ ਸੋਲੂਸ਼ਨ ਕਿੰਨਾ 10 3 1। ਤਾਂ ਨਿਊਮਰੇਟਰ 'ਚ 10 3 1, ਡਿਨੋਮੀਨੇਟਰ 'ਚ ਕੀ ਆ ਜਾਏਗਾ ਸਿਲੈਕਟ ਕੀਤੇ ਹੋਏ ਵੈਰੀਏਬਲ ਦੀ ਕੋਰਸਪੋਂਡਿੰਗ ਕੋਫੀਸ਼ੀਐਂਟ ਕਾਲਮ 5/2 -1/2 -5/2। ਇਹਨਾਂ ਦੇ ਵਿੱਚੋਂ ਜਿਹੜੇ ਨੈਗੇਟਿਵ ਨੇ ਜਾਂ ਜਿੱਥੇ ਕਿਤੇ ਇਨਫਿਨਿਟੀ ਬਣ ਰਿਹਾ ਉਹ ਡਿਲੀਟ ਕਰ ਦਿਓ, ਬਾਕੀਆਂ ਬਚੀਆਂ ਪੋਸੀਬਿਲਿਟੀਜ਼ ਦੇ ਵਿੱਚੋਂ ਮਿਨੀਮਮ ਦੇਖੋ, ਇੱਥੇ ਤਾਂ ਇੱਕੋ ਇੱਕ ਆਪਸ਼ਨ ਬਚਦੀ ਉਹੀ ਮਿਨੀਮਮ। ਸੋ 10 ਦੇ ਨੀਚੇ 5/2, ਦੈਟ ਮੀਨਸ 5/2 ਸਿਲੈਕਟ ਹੋਊਗਾ, ਸਰਾਊਂਡ ਹੋਏਗਾ, 5/2 ਨੂੰ ਸਰਾਊਂਡ ਕਰ ਲਿਆ। ਇਹਦੇ ਕੋਰਸਪੋਂਡਿੰਗ ਜਿਹੜਾ ਵੀ ਸਲੈਕ ਜਾਂ ਸਰਪਲਸ ਵੇਰੀਏਬਲ ਆ ਉਹ ਸਿਸਟਮ ਚੋਂ ਆਊਟ ਹੋਏਗਾ, x1 ਐਂਟਰ ਕਰਕੇ ਉਹਦੀ ਪਲੇਸ ਲਏਗਾ। ਸੋ ਨੈਕਸਟ ਟੇਬਲ ਦੇ ਵਿੱਚ ਆਪਾਂ ਇੱਦਾਂ ਲਿਖਾਂਗੇ ਕਿ x1 ਇਹਦੀ ਪਲੇਸ ਲੈ ਰਿਹਾ। ਓਕੇ, ਹੁਣ ਫਾਰਮੂਲਾ ਕੀ ਆ, ਉਹੀ ਇਟਰੇਸ਼ਨ ਦੇ ਵਿੱਚ ਸਰਾਊਂਡਡ ਕੀਤੀ ਹੋਈ ਐਂਟਰੀ ਦੀ ਜਗ੍ਹਾ ਤੇ ਆਪਾਂ ਨੇ 1 ਬਣਾਉਣਾ, 1 ਉਹਦੇ ਰੈਸੀਪਰੋਕਲ ਨਾਲ ਮਲਟੀਪਲਾਈ ਕਰੇ ਤੇ ਇਹੀ ਬਣੇਗਾ। ਠੀਕ ਹੈ, ਜੇ ਬਾਈ ਚਾਂਸ ਇੱਥੇ 0 ਹੁੰਦਾ 1 ਕਿਵੇਂ ਬਣਾਉਂਦੇ, ਐਨੀ 1। ਜੇ ਬਾਈ ਚਾਂਸ ਤੇ 0 ਹੁੰਦਾ, ਨਾਨ 0 ਦੀ ਬਜਾਏ 0 ਹੁੰਦਾ, ਫਿਰ ਕਿਵੇਂ ਬਣਾਉਂਦੇ? ਹਾਂਜੀ ਸ਼ਾਬਾਸ਼। ਹੋਰ ਕੋਈ ਦੱਸੋ ਕੋਈ ਵਿਊ ਹੈ ਤੁਹਾਡੇ ਮਨ ਦੇ ਵਿੱਚ, ਕੁਝ ਹੈ ਤਾਂ ਦੱਸੋ। ਹਾਂਜੀ ਲਾਉਣ ਦੀ ਲੋੜ ਨਹੀਂ, ਲੱਖ ਰੁਪਏ ਦੀ ਗੱਲ ਕੀਤੀ ਹੈ, ਲੱਖ ਦੀ ਤੁਸੀਂ ਬਸ ਮੇਰੇ ਕੋਲ ਹੈ ਨਹੀਂ ਮੈਂ ਦੇ ਉਹ 0 ਵਾਲਾ ਤਾਂ ਪਹਿਲਾਂ ਹੀ ਡਿਲੀਟ ਹੋ ਜਾਊਗਾ। ਜੇ 0 ਹੁੰਦਾ ਤਾਂ ਇਨਫਿਨਿਟੀ ਉਹਦਾ ਛੱਡੇ ਜਾਣਾ ਸੀ। ਜੇ 0 ਹੁੰਦਾ ਇੱਥੇ ਮੰਨ ਲਓ 0 ਨੂੰ ਸਰਾਊਂਡ ਕਰਨਾ ਪੈ ਜਾਂਦਾ, 0 ਵਾਲਾ ਕੇਸ ਤਾਂ ਪਹਿਲਾਂ ਹੀ ਡਿਲੀਟ ਕਰ ਦਾਂਗੇ। 0 ਹੁੰਦਾ ਤਾਂ ਇਨਫਿਨਿਟੀ ਬਣ ਜਾਂਦਾ, ਇਹੀ ਤਾਂ ਗੱਲ ਕਹਿ ਰਹੇ ਹਾਂ। ਜੇ ਨੈਗੇਟਿਵ ਜਾਂ ਇਨਫਿਨਿਟੀ ਹੁੰਦਾ ਤਾਂ 0 ਅਤੇ ਡਿਨੋਮੀਨੇਟਰ 'ਚ 0 ਆ ਜਾਂ ਨੈਗੇਟਿਵ ਆ ਤਾਂ ਪਹਿਲਾਂ ਹੀ ਕੇਸ ਡਿਲੀਟ ਕਰ ਦਿੰਦੇ। ਸੋ ਇਹ ਜੀ ਪੋਸੀਬਿਲਿਟੀ ਤਾਂ ਕਦੇ ਹੋ ਹੀ ਨਹੀਂ ਸਕਦੀ। ਜੇ ਸਾਰੇ ਕੈਂਸਲ ਡਿਲੀਟ ਹੋ ਗਏ ਮੰਨ ਲਓ ਤਾਂ ਸਵਾਲ ਉੱਥੇ ਸਟਾਪ, ਆਪਣਾ ਆਨਸਰ ਆ ਚੁੱਕਿਆ। ਠੀਕ ਹੈ, ਸੋ ਇਹਦੀ ਜਗ੍ਹਾ ਤੇ ਯੂਨਿਟੀ ਬਣੇਗਾ, ਇਹ ਸੈਕਿੰਡ ਰੋ ਹੈ, ਇਹਨੂੰ 2/5 ਨਾਲ ਮਲਟੀਪਲਾਈ ਕਰਕੇ। ਠੀਕ ਹੈ, ਤਾਂ ਆਪਰੇਸ਼ਨ ਲਗਾਵਾਂਗੇ R2 = 2/5। ਤੁਸੀਂ ਇਹਦੀ ਜਗ੍ਹਾ ਤੇ ਯੂਨਿਟੀ ਬਣਾਉਣਾ, ਬਾਕੀ ਰੋ ਜੋ ਮਰਜ਼ੀ ਬਣੀ ਜਾਵੇ। ਇਹਨੂੰ 2/5 ਨਾਲ ਮਲਟੀਪਲਾਈ ਕਰਾਂਗੇ, ਇਹ ਆ ਜਾਏਗਾ 4/5। ਇਹਦੀ ਜਗ੍ਹਾ ਤੇ 2/5, ਇਹ 1/4 ਆ, ਇਹਦੀ ਜਗ੍ਹਾ ਤੇ 2/5 ਕਰਾਂਗੇ, 2 2 ਦਾ 4, ਨੀਚੇ 2 1/10 ਆ ਗਿਆ। ਆ 0 ਆ, 10 ਨੂੰ 2/4 ਨਾਲ ਮਲਟੀਪਲਾਈ ਕਰਾਂਗੇ, 2/5 ਨਾਲ, ਇਹ 4 ਆ ਗਿਆ, 5 2 10। ਬਸ ਇਹ ਰੋ ਚੇਂਜ ਹੋਈ ਆ, ਬਾਕੀ ਦੀ ਰੋ ਸਾਰੀਆਂ ਸੇਮ ਨੇ। ਆ ਪਹਿਲੀ ਰੋ ਸੇਮ ਆ ਬਿਲਕੁਲ, ਆਪਾਂ ਨੇ ਸਿਰਫ ਇੱਕ ਰੋ ਤੇ ਆਪਰੇਸ਼ਨ ਲਗਾਇਆ। ਠੀਕ ਹੈ, ਹੁਣ ਨੈਕਸਟ ਕੰਮ ਕੀ ਹੋਏਗਾ, ਐਨੀਵਨ ਦੱਸ ਸਕਦਾ ਕਿ ਕੋਈ ਇਸ ਤੋਂ ਬਾਅਦ ਨੈਕਸਟ ਕੰਮ ਕੀ ਹੋਏਗਾ? ਕਿਹਦੇ ਉੱਪਰ ਨੀਚੇ 0 ਆ ਜਿਹੜੀ ਸਰਾਊਂਡ ਕੀਤੀ ਸੀ ਜਿਹੜੀ ਜਗ੍ਹਾ, ਤਾਂ ਇਹਦਾ ਮਤਲਬ ਸੈਕੰਡ ਰੋ ਕੀ ਹੈ, ਇੱਥੇ ਕੀ ਰੋ ਆ, ਪਾਈਵਟ ਰੋ ਆ। ਆਪਾਂ ਸੈਕੰਡ ਰੋ ਤੇ ਆਪਰੇਸ਼ਨ ਨਹੀਂ ਲਗਾ ਸਕਦੇ, ਸੈਕੰਡ ਰੋ ਦੀ ਹੈਲਪ ਲੈ ਕੇ ਬਾਕੀਆਂ ਦੇ ਆਪਰੇਸ਼ਨ ਲਗਾ ਸਕਦੇ ਹਾਂ। ਤਾਂ ਆਪਰੇਸ਼ਨ ਕੀ ਹੋਊਗਾ, ਇਸ ਰੋ ਦੇ ਵਿੱਚ 1/2 ਐਡ ਕਰਨ ਦੀ ਲੋੜ ਆ, ਇਹਦੀ ਮਦਦ ਲੈ ਕੇ R1 = R1 + 1/2 ਬਾਈ ਹੈਲਪ ਆਫ R2। ਇੱਥੇ ਵੀ ਐਵੇਂ 1/2 ਐਡ ਕਰਨ ਦੀ ਲੋੜ ਆ, ਬਾਈ ਚਾਂਸ ਸੇਮ ਆ ਗਿਆ ਆਪਰੇਸ਼ਨ। ਇਹਨੂੰ 5/2 ਨਾਲ ਮਲਟੀਪਲਾਈ ਕਰਕੇ ਇੱਥੇ ਐਡ ਕਰ ਦਿਓ, ਤਾਂ R4 = R4 + 5/2 ਟਾਈਮਸ R2। ਇਹ ਆਪਰੇਸ਼ਨ ਤਾਂ ਲਗਾ ਲਓਗੇ। ਓਕੇ, ਸੋ ਇਹ ਆਪਰੇਸ਼ਨ ਲਗਾ ਕੇ ਆਪਾਂ ਨੈਕਸਟ ਟਰਾਂਸਫਾਰਮਡ ਟੇਬਲ ਦੇ ਵਿੱਚ ਆ ਗਏ। ਆਬਜੈਕਟਿਵ ਫੰਕਸ਼ਨ Z ਦੇ ਵਿੱਚੋਂ ਕੋਈ ਮੋਸਟ ਨੈਗੇਟਿਵ ਕੋਈ ਨਹੀਂ, ਤਾਂ ਕੋਈ ਐਂਟਰ ਨਹੀਂ ਕਰੂ, ਕੋਈ ਆਪਸ਼ਨ ਹੈ ਹੀ ਨਹੀਂ, ਬਸ ਸਾਨੂੰ ਸਟਾਪ ਹੈ। ਸੋ ਇੱਥੇ ਲਿਖ ਦਿਓ ਨਾਓ ਨੋ ਮੋਸਟ ਨੈਗੇਟਿਵ
इन ऑब्जेक्टिव रो इन केस ऑफ मैक्सिमम प्रॉब्लम, क्योंकि मैक्सिमम प्रॉब्लम सॉल्व कर रहे हैं, ये भी चीज़ नाल लिख दो ताकि जो भी पढ़ रहा समझ रहा ਉਹਨੂੰ ਧਿਆਨ ਉਹਦਾ ਇੱਧਰ ਤੋਂ ਇੱਧਰ ਨਾ ਜਾਵੇ, ਉਹਨੂੰ ਸੋਚਣ ਦੀ ਲੋੜ ਨਾ ਪਵੇ ਵੀ ਕਿੱਥੋਂ ਕੀ ਚੀਜ਼ ਆਈ ਆ। ਜਿੱਥੇ ਵੀ ਕਿਤੇ ਉਹਨੂੰ ਇਹੋ ਜਿਹੀ ਲੋੜ ਪੈ ਗਈ ਵੀ ਨਾ ਸਮਝ ਨਹੀਂ ਆ ਰਿਹਾ, ਉਹਨੇ ਕ੍ਰਾਸ ਲਾ ਕੇ ਅੱਗੇ ਚੱਲ ਜਾਣਾ, ਲਾਸ ਤੁਹਾਡਾ ਹੀ ਹੋ ਜਾਣਾ। ਸੋ ਸਟਾਪ ਦਾ ਨਾਰਮਲਾਈਜੇਸ਼ਨ ਪ੍ਰੋਸੈਸ। ਹੁਣ ਆਪਣਾ ਸੋਲਿਊਸ਼ਨ ਆ ਚੁੱਕਿਆ, ਤਾਂ ਵੈਰੀਏਬਲਸ x1 ਦੀ ਵੈਲਿਊ ਕਿੰਨੀ ਆ ਰਹੀ ਆ 4, x2 ਦੀ ਆ ਰਹੀ ਆ 5। ਇਹ ਜ਼ਰੂਰੀ ਨਹੀਂ ਹੁੰਦਾ ਵੀ ਪਹਿਲੀ x1 ਦੀ ਹੋਊਗੀ ਦੂਜੀ x2 ਦੀ ਹੋਊ। ਮੰਨ ਲਓ ਮੇਰਾ ਇੱਥੇ x1 ਪਿਆ ਬਾਈ ਚਾਂਸ, ਕਿਉਂਕਿ ਉਹ ਤਾਂ ਐਂਟਰ ਤੇ ਐਗਜ਼ਿਟ ਤੇ ਡਿਪੈਂਡ ਕਰਦਾ ਨਾ। ਐਂਟਰ ਕਰਕੇ ਐਗਜ਼ਿਟ ਕਿਹੜਾ ਹੋ ਰਿਹਾ, ਕੀ ਪਤਾ ਪਹਿਲਾ ਹੋ ਰਿਹਾ, ਦੂਜਾ ਹੋ ਰਿਹਾ ਜਾਂ ਤੀਜਾ ਹੋ ਰਿਹਾ। ਜੇ ਮੇਰਾ x1 ਇੱਥੇ ਪਿਆ ਹੁੰਦਾ ਤਾਂ x1 ਦੀ ਵੈਲਿਊ 11 ਆਉਂਦੀ, ਜੇ x1 ਇੱਥੇ ਪਿਆ ਹੁੰਦਾ ਤਾਂ x1 ਦੀ ਵੈਲਿਊ 5 ਆਉਂਦੀ। ਇਹ ਤਾਂ ਬਾਈ ਚਾਂਸ ਹੈ ਪਹਿਲਾ x1 ਆ ਉਹਦੀ ਵੈਲਿਊ 4 ਆ ਗਈ, x2 ਦੀ ਵੈਲਿਊ 5 ਆ ਗਈ। ਇਸ ਸਿਸਟਮ ਦੇ ਵਿੱਚ ਇੱਥੇ x3 ਅਪੀਅਰ ਨਹੀਂ ਹੋ ਰਿਹਾ ਤਾਂ ਉਹਦੀ ਵੈਲਿਊ 0 ਬਣੀ ਜਾਏਗੀ। x3 ਕੀ ਆ ਜਾਏਗਾ 0। ਇਹ ਵੀ ਦੱਸ ਦਿਓ ਕਿਵੇਂ ਆਇਆ, ਬਿਕੋਜ਼ x3 ਡਜ਼ ਨਾਟ ਅਪੀਅਰ ਇਨ ਦਾ ਬੇਸਿਕ ਵੈਰੀਏਬਲਸ ਜਿਹੜੀ ਉੱਧਰ ਉਹ ਹੈ, ਠੀਕ ਹੈ। ਇਟ ਸ਼ੁੱਡ ਬੀ ਟੇਕਨ 0। ਨਾਓ ਪੁੱਟ ਥੀਸ ਵੈਲਿਊਜ਼ ਇਨ ਆਬਜੈਕਟਿਵ ਫੰਕਸ਼ਨ। ਆਬਜੈਕਟਿਵ ਫੰਕਸ਼ਨ ਕੀ ਸੀ ਆਪਣਾ x1, ਜਿਹੜਾ ਆਪਾਂ ਨੇ ਜਿੱਥੋਂ ਆਪਾਂ ਨੇ ਸਟੈਂਡਰਡ ਫਾਰਮ 'ਚ ਲਿਖਿਆ ਆਬਜੈਕਟਿਵ ਫੰਕਸ਼ਨ ਆਫ ਸਟੈਂਡਰਡ ਫਾਰਮ। ਸੋ ਸਟੈਂਡਰਡ ਫਾਰਮ ਦਾ ਆਬਜੈਕਟਿਵ ਫੰਕਸ਼ਨ ਸੀ x1 - 3x2 + 2x3। ਸੋ x1 ਦੀ ਵੈਲਿਊ 4 ਹੈ, x2 ਦੀ ਵੈਲਿਊ 3 ਹੈ, x3 ਦੀ 0 ਹੈ, ਪੁੱਟ ਕਰਕੇ -11 ਆ ਗਿਆ। ਬਟ ਗਿਵਨ ਪ੍ਰੋਬਲਮ ਮੈਕਸਿਮਮ ਦੀ ਸੀਗੀ, ਆਪਾਂ ਮਾਈਨਸ ਨਾਲ ਮਲਟੀਪਲਾਈ ਕਰਕੇ ਮਿਨੀਮਮ ਚ ਲਾਇਆ ਸੀ, ਤਾਂ ਹੁਣ ਫਿਰ ਮਾਈਨਸ ਨਾਲ ਮਲਟੀਪਲਾਈ ਕਰ ਦੋ ਤਾਂ ਮਾਈਨਸ ਪਲੱਸ ਦਾ 11 ਆ ਗਿਆ। ਕਿਹੜੇ ਪੁਆਇੰਟ ਤੇ ਆਇਆ ਐਟ x1 4, x2 5, x3 0। ਇਹ ਤੁਹਾਡਾ ਆਨਸਰ। ਤੁਸੀਂ ਇੱਕੋ ਸਮ ਦੇ ਵਿੱਚ 8-10 ਸਮ ਸੋਲਵ ਕਰ ਲਓ, ਇੰਨੀ ਕੁ ਸਮਝ ਰੱਖ ਕੇ।